ਧੰਨ ਵਾਹਿਗੁਰੂ ਸਾਹਿਬ ਜੀ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਹ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੁਇਐ ਭਾਏ ਵਿਗੁਚੀਐ, ਗਲ ਪਈਸ ਜਮ ਕੀ ਫਾਸ। ਜੇਖਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਰੈਨ ਵਿਹਾਣੀ ਪਛੁਤਾਣੀ, ਉੱਠ ਚਲੀ ਗਈ ਨਿਰਾਸ। ਜਿਨ ਕਉ ਸਾਧੂ ਭੇਟੀਐ, ਸੋ ਦਰਗਾਹ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰੇ ਸਤਸੰਗੀ ਜਨੋ, ਨਿਤਾ ਪ੍ਰਤੀ ਦੀ ਤਰ੍ਹਾਂ ਅੱਜ ਵੀ ਗੁਰਦੇਵ ਪਿਤਾ ਜੀ ਦੇ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠ ਕਰਕੇ ਗੁਰਬਾਣੀ ਦੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਰਵਨ ਕਰਨ ਦਾ ਸਾਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਜੇਠ ਦਾ ਮਹੀਨਾ ਕੱਲ੍ਹ ਲੰਘ ਚੁੱਕਾ ਹੈ। ਅੱਜ ਤੋਂ ਨਵਾਂ ਮਹੀਨਾ ਜਿਹੜਾ ਹੈ, ਜਿਹਨੂੰ ਅਸੀਂ ਆਮ ਬੋਲੀ ਵਿੱਚ ਹਾੜ ਦਾ ਮਹੀਨਾ ਕਹਿੰਦੇ ਹਾਂ, ਗੁਰਬਾਣੀ ਅੰਦਰ ਲਿਖਤੀ ਰੂਪ ਵਿੱਚ ਸਤਿਗੁਰੂ ਨੇ ਇਸ ਨੂੰ ਆਸਾੜ ਸ਼ਬਦ ਵਰਤਿਆ ਇਸ ਮਹੀਨੇ ਵਾਸਤੇ। ਸੂਹੀ ਰਾਗ ਅੰਦਰ ਗੁਰਦੇਵ ਪਿਤਾ ਜੀ ਨੇ ਇੱਕ ਥਾਂ ਤੇ 6 ਰੁੱਤਾਂ ਦਾ ਜ਼ਿਕਰ ਕੀਤਾ, ਚੇਤ ਮਹੀਨੇ ਤੋਂ ਲੈ ਕੇ ਤੇ ਫਲਗੁਨ ਮਹੀਨੇ ਤੱਕ। ਆਮ ਕਰਕੇ ਆਪਣੇ ਭਾਰਤ ਵਿੱਚ, ਇੰਡੀਆ ਵਿੱਚ 2-2 ਮਹੀਨੇ ਦੀ ਇੱਕ ਰੁੱਤ ਮੰਨੀ ਗਈ ਹੈ। ਸਾਊਥ ਸਾਈਡ ਨੂੰ ਛੱਡ ਕੇ ਬਾਕੀ ਉੱਤਰੀ ਭਾਰਤ ਵਿੱਚ ਤੁਸੀਂ ਵੇਖ ਲਓ, ਵਿੱਚ JNK, ਪੰਜਾਬ, ਹਿਮਾਚਲ, ਹਰਿਆਣਾ, ਦਿੱਲੀ, UP, ਬਿਹਾਰ ਇਤਿਆਦਿ, ਰਾਜਸਥਾਨ ਵੀ ਨਾਲ ਲੈ ਲਵੋ। ਇਹ ਜਿੰਨੇ ਵੀ ਸਾਰੇ ਵੱਖ-ਵੱਖ ਸੂਬੇ ਨੇ, ਇਹਨਾਂ ਸਾਰਿਆਂ ਦੇ ਅੰਦਰ ਇਹ ਰੁੱਤਾਂ ਜਿਹੜੀਆਂ ਨੇ 6 ਰੁੱਤਾਂ ਨੇ। ਅਤੇ ਬਾਕੀ ਜਿਹੜਾ ਸਮੁੰਦਰ ਦਾ ਕਿਨਾਰਾ ਹੈ, ਜਿਵੇਂ ਤੁਹਾਡੀ ਇਸ ਕੰਟਰੀ ਵਿੱਚ ਆਪਾਂ ਵੇਖਦੇ ਹਾਂ, ਇੱਥੇ ਜ਼ਿਆਦਾ ਗਰਮੀ ਹੀ ਰਹਿੰਦੀ ਹੈ। ਇੱਥੇ ਤੇ ਰੋਜ਼ ਹੀ ਅਸਾੜ ਦਾ ਮਹੀਨਾ ਹੈ। ਚੇਤ ਅਤੇ ਵੈਸਾਖ ਦਾ ਮਹੀਨਾ ਜਿਹੜਾ ਹੈ, ਇਹ ਬਸੰਤ ਰੁੱਤ ਦਾ ਮੰਨਿਆ ਗਿਆ ਹੈ। ਚੇਤ ਅਤੇ ਬਸੰਤ। ਤੁਖਾਰੀ ਰਾਗ ਅੰਦਰ ਗੁਰੂ ਨਾਨਕ ਪਿਤਾ ਜੀ ਦਾ ਜਿਹੜਾ 12ਵਾਂ ਹੈ ਨਾ, ਉਹਦੇ ਵਿੱਚ ਸਤਿਗੁਰਾਂ ਨੇ ਚੇਤ ਬਸੰਤ ਭਲਾ ਭਵਰ ਸੁਹਾਵੜੇ ਇੱਥੋਂ ਸ਼ੁਰੂਆਤ ਕੀਤੀ ਹੈ। ਜੇਠ ਅਤੇ ਅਸਾੜ ਦਾ ਮਹੀਨਾ ਜਿਹੜਾ ਹੈ, ਇਹ ਗਰਮੀ ਦੇ ਮਹੀਨੇ। ਗ੍ਰੀਖਮ ਰੁੱਤ ਅਤ ਗਾਖੜੀ, ਜੇਠ ਅਖਾੜੇ ਘਾਮ ਜੀਓ। ਗਾਖੜੀ ਦਾ ਅਰਥ ਹੁੰਦਾ ਬੜੀ ਔਖੀ ਲੱਗਦੀ ਹੈ ਸਾਨੂੰ, ਬੜੀ ਮੁਸ਼ਕਲ ਜੀ ਲੱਗਦੀ ਹੈ ਗਰਮੀ ਦੀ ਰੁੱਤ। ਸਤਿਗੁਰੂ ਨੇ ਵੀ ਗਾਖੜੀ ਸ਼ਬਦ ਵਰਤਿਆ। ਫਿਰ ਅੱਗੇ ਸਾਵਣ ਤੇ ਭਾਦੋਂ ਦੇ ਜਿਹੜੇ 2 ਮਹੀਨੇ ਨੇ, ਇਹ ਬਰਸਾਤ ਰੁੱਤ ਦੇ ਮਹੀਨੇ ਮੰਨੇ ਗਏ ਨੇ।
ਅੱਸੂ ਅਤੇ ਕੱਤਕ ਇਹ ਸ਼ਰਦ ਰੁੱਤ ਹੈ, ਮੱਘਰ ਅਤੇ ਪੋਹ ਇਹ ਹਿਮਕਰ ਰੁੱਤ ਹੈ, ਮਾਘ ਅਤੇ ਫੱਗਣ ਜਿਹਨੂੰ ਆਪਾਂ ਪਤਝੜ ਰੁੱਤ ਆਖਦੇ ਹਾਂ, ਪੱਤੇ ਵਗੈਰਾ ਝੜਦੇ ਨੇ ਰੁੱਖਾਂ ਦੇ, ਤੇ ਫਿਰ ਉਸ ਤੋਂ ਬਾਅਦ ਬਸੰਤ ਰੁੱਤ ਆਉਂਦੀ ਹੈ। ਜੇਠ ਅਤੇ ਅਸਾੜ ਦਾ ਮਹੀਨਾ ਇਹ ਗਰਮੀ ਦੇ ਮਹੀਨੇ ਮੰਨੇ ਗਏ ਨੇ, ਤੇ ਸਤਿਗੁਰੂ ਗੁਰਦੇਵ ਪਿਤਾ ਜੀ ਨੇ ਚੇਤੇ ਰੱਖਣਾ, ਇਹ ਜਿਹੜੇ ਬਾਹਰ ਮੁਖੀ ਆਪਾਂ ਸਾਰੇ, ਕਿਉਂਕਿ ਇਹਨਾਂ ਦਾ ਸੰਬੰਧ ਨੇਚਰ ਦੇ ਨਾਲ ਹੈ, ਕੁਦਰਤ ਦੇ ਨਾਲ ਹੈ, ਸੂਰਜ ਦੇ ਨਾਲ ਹੈ। ਸੂਰਜ ਜਿਵੇਂ ਜਿਵੇਂ ਧਰਤੀ ਦੇ ਨੇੜੇ ਹੁੰਦਾ ਜਾਂਦਾ ਹੈ, ਗਰਮੀ ਵੱਧਦੀ ਜਾਂਦੀ ਹੈ, ਜਿਵੇਂ ਜਿਵੇਂ ਉਹ ਚੱਕਰ ਚੱਲਦਾ ਹੈ, ਰੁੱਤਾਂ ਦਾ ਸੂਰਜ ਪਿੱਛੇ ਹਟਦਾ ਜਾਂਦਾ ਹੈ, ਤੇ ਫਿਰ ਗਰਮੀ ਘਟਦੀ ਜਾਂਦੀ ਹੈ, ਰੁੱਤਾਂ ਬਦਲਦੀਆਂ ਰਹਿੰਦੀਆਂ ਨੇ। ਪਰ ਮੇਰੇ ਗੁਰਦੇਵ ਪਿਤਾ ਨੇ ਇਹ ਜਿਹੜੀ ਬਾਣੀ ਉਚਾਰਨ ਕੀਤੀ ਹੈ, ਕਾਦੇ ਵਾਸਤੇ ਕੀਤੀ ਹੈ? ਕੇਵਲ ਇਹ ਦੁਨਿਆਵੀ ਰੁੱਤਾਂ ਨਾਲ ਇਹਦਾ ਸੰਬੰਧ ਹੈ। ਕਿਉਂਕਿ ਗੁਰਬਾਣੀ ਦੇ ਜਦੋਂ ਆਪਣਾ ਉੱਪਰੋਂ ਅਰਥ ਕਰਦੇ ਹਾਂ, ਜਿਹਨੂੰ ਸ਼ਬਦਾਰਥ ਕਹਿੰਦੇ, ਉਹ ਤੇ ਇੰਝ ਹੀ ਲੱਗਦਾ ਜਿਵੇਂ ਇਹਦਾ ਰੁੱਤਾਂ ਨਾਲ ਸੰਬੰਧ ਹੋਵੇ, ਇਹਨਾਂ ਰੁੱਤਾਂ ਦੇ ਨਾਲ ਹੀ। ਪਰ ਗੁਰਬਾਣੀ ਦੇ ਸ਼ਬਦਾਰਥ ਅਤੇ ਗੁਰਬਾਣੀ ਦੇ ਭਾਵਾਰਥ ਵਿੱਚ ਫਰਕ ਹੁੰਦਾ। ਚੇਤੇ ਰੱਖਣਾ, ਭਾਵਾਰਥ ਜਿਹੜੇ ਨੇ ਅਸੀਂ ਉਹਨਾਂ ਨਾਲ ਜੁੜਨ ਦਾ ਯਤਨ ਕਰਨਾ ਹੈ। ਗੁਰਦੇਵ ਪਿਤਾ ਜੀ ਕਹਿੰਦੇ ਨੇ ਇਹ ਰੁੱਤਾਂ ਤੇ ਜੋ ਕੁਦਰਤ ਅਨੁਸਾਰ ਇਹਨਾਂ ਨੇ ਤੇ ਬਦਲਣਾ ਬਦਲਣਾ, ਇਹ ਬਦਲਦੀਆਂ ਰਹਿੰਦੀਆਂ ਨੇ, ਬਦਲਦੀਆਂ ਰਹਿਣਗੀਆਂ ਹਮੇਸ਼ਾ ਲਈ। ਬਸੰਤ ਰਾਗ ਦਾ ਜਿਹੜਾ ਪਹਿਲਾ ਸ਼ਬਦ ਮੇਰੇ ਗੁਰੂ ਨਾਨਕ ਸਾਹਿਬ ਜੀ ਦਾ, ਉਹਦਾ ਅਖੀਰਲਾ ਪਦਾ ਹੈ, ਸ਼ੁਰੂਆਤ ਤੇ ਮਾਹਾ ਮਾਹਾ ਮੁਮਾਰਖੀ ਚੜਿਆ ਸਦਾ ਬਸੰਤ, ਪਰਫੁੜ ਚਿਤ ਸੰਭਾਲ ਸੋਏ ਸਦਾ ਸਦਾ ਗੋਬਿੰਦ, ਭੋਲਿਆ ਖੋਮੇ ਸੁਰਤ ਵਿਸਾਰ। ਉਹ ਅਖੀਰਲੇ ਪਦੇ ਵਿੱਚ ਸਤਿਗੁਰੂ ਨੇ ਸਾਨੂੰ ਸਮਝ ਦਿੱਤੀ, ਮੇਰੇ ਮਾਲਕ ਨੇ। ਪਾਤਸ਼ਾਹ ਸਮਝਾਉਂਦੇ ਨੇ, ਮਾਹਾ ਰੁੱਤੀ ਆਮਨਾ, ਮਹੀਨਿਆਂ ਨੇ, ਰੁੱਤਾਂ ਨੇ ਆਉਣਾ ਵੀ ਹੈ ਤੇ ਜਾਣਾ ਵੀ ਹੈ। ਜਿਹੜੀ ਰੁੱਤ ਆਈ ਹੈ ਉਹ ਸਦਾ ਨਹੀਂ ਰਹੇਗੀ। ਗਰਮੀ ਆਈ ਹੈ ਤੇ ਜਾਏਗੀ, ਬਰਸਾਤ ਆਏਗੀ, ਬਰਸਾਤ ਆਏਗੀ ਤੇ ਉਸ ਤੋਂ ਬਾਅਦ ਸਰਦ ਰੁੱਤ ਸ਼ੁਰੂ ਹੋ ਜਾਏਗੀ, ਫਿਰ ਉਸ ਤੋਂ ਬਾਅਦ ਹਿਮਕਰ, ਇਹ ਪਤਝੜ, ਬਸੰਤ ਇਤਿਆਦਿ ਸਾਰੀਆਂ ਰੁੱਤਾਂ ਜਿਹੜੀਆਂ ਨੇ ਇਹ ਆਉਣ ਜਾਣਗੀਆਂ। ਮਹੀਨੇ ਵੀ ਆਉਣਗੇ, ਇੱਕ ਮਹੀਨਾ, ਕਿਉਂਕਿ ਸਮਾਂ ਜਿਹੜਾ ਲੰਘਦਾ ਜਾ ਰਿਹਾ, ਭਾਵੇਂ ਉਹੀ ਵਾਰ-ਵਾਰ ਅਸੀਂ ਰੁੱਤਾਂ ਦੇ ਨਾਮ ਰੱਖੇ ਨੇ, ਮਹੀਨਿਆਂ ਦੇ ਨਾਮ ਰੱਖੇ ਨੇ, ਤਿੱਥਾਂ ਦੇ ਨਾਮ ਰੱਖੇ ਨੇ, ਵਾਰਾਂ ਦੇ ਨਾਮ ਰੱਖੇ ਨੇ, ਇਹਨਾਂ ਤੇ ਆਈ ਜਾਣਾ ਹੈ, ਜਾਈ ਜਾਣਾ ਹੈ। ਗੁਰਬਾਣੀ ਅੰਦਰ, ਕਿਉਂਕਿ ਇਸ ਗੁਰੂ ਸਾਹਿਬਾਨ ਤੋਂ ਪਹਿਲਾਂ ਵੀ ਕਾਵ ਰੂਪ ਵਿੱਚ ਇਹੋ ਜਿਹੇ 12 ਬੜੇ ਉਚਾਰਨ ਲੋਕਾਂ ਨੇ ਕੀਤੇ। ਮੇਰੇ ਗੁਰਦੇਵ ਪਿਤਾ ਜੀ ਨੇ ਰੱਬੀ ਸਿਲਸਿਲਾ ਵਾਲੀ ਬਾਣੀ ਉਚਾਰ ਕੇ ਸਾਨੂੰ ਨਿਰੰਕਾਰ ਦੇ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਗੁਰਬਾਣੀ ਅੰਦਰ ਵਾਰਾਂ ਤੋਂ ਵੀ ਯਾਦ ਰੱਖਣਾ, ਸੋਮਵਾਰ ਤੋਂ ਸਿੱਖਿਆ, ਮੰਗਲਵਾਰ ਤੋਂ, ਬੁੱਧਵਾਰ ਤੋਂ, ਵੀਰਵਾਰ ਤੋਂ। ਬਿਲਾਵਲ ਰਾਗ ਅੰਦਰ ਧੰਨ ਗੁਰੂ ਅਮਰਦਾਸ ਪਿਤਾ ਜੀ ਨੇ ਇਹ ਵਾਰ ਉਚਾਰਨ ਕੀਤੇ ਹੋਏ ਨੇ। ਗੌੜੀ ਰਾਗ ਅੰਦਰ ਭਗਤ ਕਬੀਰ ਜੀ ਦੇ 7 ਵਾਰ ਤੇ ਨਾਲ ਥਿੱਤਾਂ ਵੀ ਨੇ। ਗੁਰੂ ਅਰਜਨ ਦੇਵ ਪਿਤਾ ਜੀ ਨੇ ਵੀ ਗੌੜੀ ਥਿੱਤੀ ਬਾਣੀ ਉਚਾਰਨ ਕੀਤੀ ਹੈ। ਪਰ ਇਹਦਾ ਮਤਲਬ ਹਰਗਿਜ਼ ਇਹ ਨਾ ਲੈਣਾ ਕਿ ਸਾਨੂੰ ਥਿੱਤਾਂ ਨਾਲ, ਮਹੀਨਿਆਂ ਨਾਲ, ਵਾਰਾਂ ਦੇ ਨਾਲ, ਜਾਂ ਸਤਿਗੁਰੂ ਗੁਰਦੇਵ ਪਿਤਾ ਜੀ ਐਸਾ ਕਿਤੇ ਇਹਨਾਂ ਨਾਲ ਜੋੜਨਾ ਚਾਹੁੰਦੇ ਨੇ। ਸਤਿਗੁਰੂ ਜੀ ਨੇ ਇਹਨਾਂ ਦੇ ਨਾਂ ਦੀ ਵਰਤੋਂ ਜ਼ਰੂਰ ਕੀਤੀ ਹੈ, ਪਰ ਜੁੜਨਾ ਤੇ ਇੱਕ ਨਿਰੰਕਾਰ ਦੇ ਨਾਲ ਹੈ, ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੈ। ਤੇ ਸਤਿਗੁਰਾਂ ਨੇ ਇਸੇ ਕਰਕੇ ਬਚਨ ਕੀਤੇ, ਮਾਹਾ ਰੁੱਤੀ ਆਮਨਾ ਵੇਖੋ ਕਰਮ ਕਮਾਏ। ਕਹਿੰਦੇ ਤੁਸੀਂ ਕਰਮ ਕਮਾ ਕੇ ਵੇਖੋ, ਕਰਮ ਕਰਕੇ ਵੇਖੋ। ਕਰਮ ਸ਼ਬਦ ਇੱਕ ਤੇ ਜਿਹੜੇ ਆਪਾਂ ਦੁਨਿਆਵੀ ਕਰਮ ਕਰਦੇ ਹਾਂ, ਇਹਨਾਂ ਨੂੰ ਵੀ ਕਰਮ ਕਹਿੰਦੇ ਆ। ਇੱਕ ਗੁਰਬਾਣੀ ਅੰਦਰ ਕਰਮ ਸ਼ਬਦ ਪਰਮਾਤਮਾ ਦੀ ਬਖਸ਼ਿਸ਼ ਵਾਸਤੇ ਵੀ ਆਇਆ ਹੈ। ਜਿਨ ਕਉ ਨਦਰ ਕਰਮ ਤਿਨਕਾਰ, ਕਰਮ ਚੰਗੇ ਨੇ ਤੇ ਉਹਦੀ ਕਰਮ, ਉਹਦੀ ਰਹਿਮਤ, ਉਹਦੀ ਬਖਸ਼ਿਸ਼ ਤੇ ਹੋਵੇਗੀ। ਤੁਹਾਡੇ ਕਰਮਾਂ ਦੇ ਉੱਤੇ ਹੀ ਉਹਦੀ ਪਰਮਾਤਮਾ ਦੇ ਜਿਹਦੀ ਕਰਮ ਜਿਹੜੀ ਹੈ ਨਾ, ਚੇਤੇ ਰੱਖਣਾ। ਆਮ ਕਰਕੇ ਅਸੀਂ ਦੋਸ਼ ਦੂਜੇ ਸਿਰ ਮੜ ਦਿੰਦੇ ਹਾਂ। ਗੁਰੂ ਕੇ ਪਿਆਰ ਵਾਲਿਓ, ਇਹ ਸਾਰੀਆਂ ਰੁੱਤਾਂ, ਮਹੀਨੇ, ਥਿੱਤ, ਜੋ ਵਾਰ ਅਸੀਂ ਨਾਮ ਅਸੀਂ ਦਿੱਤੇ ਨੇ ਸਮਝਣ ਵਾਸਤੇ, ਆਪਣੀ ਸੂਝ-ਬੂਝ ਰੱਖਣ ਵਾਸਤੇ। ਇੰਨੇ ਸਾਲ ਲੰਘ ਗਏ, ਮਹੀਨੇ ਦੇ ਇੰਨੇ ਦਿਨ ਲੰਘ ਗਏ, ਅਸੀਂ ਨੀਅਤ ਕਰ ਲਏ, ਉਹ ਦਿਨ ਸਾਰਾ ਕੁਝ ਕਰ ਲਿਆ ਗੁਰੂ ਕੇ ਪਿਆਰ ਵਾਲਿਓ। ਪਰ ਅਸੀਂ ਕਰਮ ਕਰਕੇ ਵੇਖੇ। ਯਾਦ ਰੱਖਣਾ, ਕਰਤੇ ਦੀ ਕਿਰਤ ਨੂੰ ਤੁਸੀਂ ਮਾੜਾ ਨਹੀਂ ਕਹਿ ਸਕਦੇ। ਕੋਈ ਵੀ ਕਿਰਤ ਉਹਦੀ, ਜੇ ਤੁਸੀਂ ਕਿਰਤ ਨੂੰ ਮਾੜਾ ਕਹਿੰਦੇ ਹੋ ਨਾ, ਇਹਦਾ ਮਤਲਬ ਸਿੱਧਾ ਤੁਹਾਡਾ ਸ਼ੱਕ ਸ਼ੁਬਾ ਉਸ ਕਰਤੇ ਵੱਲ ਵੀ ਜਾਂਦਾ ਜਿਸ ਨੇ ਕਿਰਤ ਬਣਾਈ ਹੈ। ਤੁਸੀਂ ਕਿਰਤ ਨੂੰ ਨਹੀਂ ਮਾੜਾ ਕਹਿੰਦੇ, ਉਸ ਕਰਤੇ ਨੂੰ ਮਾੜਾ ਕਹਿ ਰਹੇ ਹੋ।
उस करते दी किरत जो ने गर्मी, कई कहते यार गर्मी की रुत बहुत माड़ी है, रब ना बनाता, क्यों बना देती, हद हो गई, क्यों बना देती। सर्दी की जे कोई सर्दी बहुती हो जाए, सर्दी बहुती ना बनाता फिर बड़ा वधिया सी, आ बसंत रोती रहती, ना बहुती गर्मी ना सर्दी। पर जो करते ने अकाल पुरख वैगुरू रुत्तां बनाइयां ने गुरु के प्यार वालिओ किसी दे लाभ वास्ते ने। गर्मी का भी जरूर लाभ होवेगा, सर्दी का भी, ये सारियां रुत्तां वख वख। माह रुत्ती आमना वेखो कर्म कमाए, नानक हरे। पाठ दे जो करना है ना, खास करके कीर्तन करन लग्या कई बारी विश्राम इधर उधर हो जाते हैं, गायकी है ना, नाल ताल का भी ख्याल रखना पैंदा है। पर जदों असीं वैसे पाठ करते हुए रस ले के पाठ करना चाहिए। नानक हरे ना सू कहीं, जे नानक हरे ना सू कहीं, हुण ना हरे का पता लगा ना सुके का पता लगा, ना हरे ना सुके, ना नन्ना इत्थे दिल ही दीपक नहीं है, हरे ते विश्राम देना पएगा। कि नानक वो हमेशा हरे रहंदे ने, ना सूकही कदी सुकदे नहीं। पर कौन जे गुरमुख रखे समाए, जेड़े गुरु रांगी उस करते अकाल पुरख विच समा जांदे ने, उहदे विच लीन हो जांदे ने, वो हमेशा हरे भरे रहंदे ने। परमात्मा आप भी तो हरिया भरिया है ना, हर का नाम ते आय कै हो हरिया भाई, कर्म लिखन ते पाईए ए रुत सुहाई। तो सतगुरु गुरुदेव पिता जी, क्योंकि इस तो जो पहला महीना सी ना, हर जेठ जुड़न का लोड़ी है, जिस अगे सब जुड़न की गल की गुरुदेव पिता ने, ਉਹਦੇ ਨਾਲ ਜੁੜਨਾ ਚਾਹੀਦਾ ਹੈ, ਜਿਹਦੇ ਅੱਗੇ ਸਾਰੇ ਝੁਕਦੇ ਨੇ। ਤੇ ਅਖੀਰਲੀ ਪੰਕਤੀ ਸੀ, ਹਰ ਜੇਠ ਰੰਗੀਲਾ ਤਿਸ ਧਨੀ, ਜਿਸ ਕੈ ਭਾਗ ਮਥਨ, ਜਿਹਦੇ ਮੱਥੇ ਦੇ ਭਾਗ ਚੰਗੇ ਨੇ। जेठ का महीना ते सतगुरां ने भी तुखारी रांगदर महा जेठ भला, प्रीतम क्यों बिसरै ठल तापै सर भार, सा धन बिनो करे। क्यों विसर जाए वो करता अकाल पुरख वैगुरू। महीना जेड़ा मर्जी होवे, वार जेड़ा मर्जी होवे, रुत जेड़ी मर्जी होवे। हाँ, दुनियावी तौर ते रुत्तां बदलियां ने ते साडी काया महसूस तो करती है ना, साडे अंदर जिंद जान है। जे गर्मी है तो गर्मी महसूस तो करांगे ही, सर्दी है तो सर्दी महसूस करांगे। जेही जी भी रुत, जे ही रुत काया सुख तेहा, काया जिहड़ी है ओहो जिहा सुख महसूस करती है। ते हो जे ही देगी, नानक रुत सुहावी साई, विन नावे रुत केही। रुत ते ओ चंगी है ना जदों तुसी रुत्तां बनाने वाले नाल जुड़े होवोगे। जिन्ने गर्मी बनाई है, जे ਉਹਦੇ ਨਾਲ जुड़ जाओगे तो गर्मी शरीर ਨੂੰ ਤੇ लगेगी, पर अंदरों नहीं तपोगे तुसी। जिन्ने सर्दी रुत बनाई है, ਉਹਦੇ ਨਾਲ जुड़ जाओगे, शरीरक तौर ते बाहरों सर्दी महसूस करोगे, कोट पहनोगे, स्वैटर पहनोगे सर्दी ਨੂੰ बचाउण वास्ते, पर अंदर ਤੁਹਾਡੇ पोख तुखार ना व्यापी वाली ऐसी अवस्था बन जाएगी। ऐसा हुंदा है। ते सतगुरु धन गुरु गुरु अर्जुन देव पिता जी इस पावन पवित्र शब्द जो कि गुरु ग्रंथ साहिब जी दे पावन पवित्र अंक 132 तो 12 मां बाणी दी शुरू हुंदी है। 14 पदे ने उहदे। पहले पदे विच सतगुरु ने भूमिका ते अखीरले पदे विच जाके सारांश जो तत्सार हुंदा है ओहदी गल कीती। शुरुआत कीती सी, किरत कर्म के भी छुड़े कर कृपा मेलो राम। इन्हां महीनों का जिक्र कर करके पहले महीने विच की करना है, दूजा महीना चढ़ गया फिर तू की करना है, हाड़ असाड़ का महीना चढ़ गया तो फिर सतगुरु इत्थे समझा रहे ने, आसाड़ तपंदा तिस लगै, हर नाह ना जिन्ना पास। हर नाह, नन्ना नन्ने नूं कन्ना ते हाहे नूं औंकड़। एक मैं बेनती करा, गुरबाणी अंदर जदों हाहे नूं औंकड़ आउंदा ते इत्थे साडे वास्ते बड़ी मुश्किल खड़ी हो जाती है। असीं औंकड़ नूं भी कई वारी खोड़े की आवाज़ वांगू उचारण करते हैं। प्रोफैसर सोहन सिंह गल्होत्रा ने अपनी जिहड़ी वो गुरबाणी लिखी है ना, आनंद ते संदेश, जप संदेश, सुखमनी संदेश, वो भी गुरबाणी व्याकरण के बड़े माहिर सन। वो कहते जे ते औंकड़ उचारण करना है तो जिमें हाके नूं औंकड़ प्लस नाल ऐड़ा, इनू होड़ा ना बनाओ जे कर सकते हो। हाँ, जिथे क्रिया आएगी ना, क्रिया ते नाउन विच, नाम ते क्रिया विच फर्क हुंदा है। क्रिया दा हाहा आम करके जदों 3 अखर आउणगे, आवो जावो, कई थावां ते उत्थे भी ਜਿਹੜੇ 2 ਅੱਖਰ ਹੁੰਦੇ ਨੇ ਕਿਰਿਆ ਰੂਪ ਤੇ ਉੱਥੇ ਵੀ ਹਾਹੇ ਦਾ ਔਂਕੜ ਉਚਾਰਨ ਨਹੀਂ ਕੀਤਾ ਜਾਂਦਾ। ਇਹ ਗੱਲਾਂ ਧਿਆਨ ਰੱਖਣ ਵਾਲੀਆਂ ਨੇ। ਇੱਥੇ ਨਾਹ, ਹਾਹੇ ਨੂੰ ਔਂਕੜ ਲੱਗਾ ਹੋਇਆ ਹੈ, ਨਾਹ ਦਾ ਅਰਥ ਇੱਥੇ ਨਹੀਂ ਹੈ।
ਨਾਹ ਦਾ ਅਰਥ ਹੈ ਖਸਮ, ਕਰਤਾ ਅਕਾਲ ਪੁਰਖ ਵਾਹਿਗੁਰੂ। ਅਸੀਂ ਗੁਰਬਾਣੀ ਕਈ ਵਾਰੀ, ਮੈਂ ਗੁਰੂ ਕੇ ਕੀਰਤਨੀਆਂ ਪਾਸੇ ਜਦੋਂ ਆਸਾ ਕੀ ਵਾਰ ਤੁਸੀਂ ਵੀ ਸੁਣਦੇ ਹੋ, ਆਪਾਂ ਸੁਣਦੇ ਹੁੰਦੇ ਆ ਨਾ, ਕਈ ਤੇ ਬਹੁਤ ਧਿਆਨ ਰੱਖਦੇ ਨੇ ਉਚਾਰਨ ਕਰਨ ਲੱਗਿਆ। ਇੱਕ ਸ਼ਲੋਕ ਆਉਂਦਾ ਉਹਦੇ ਵਿੱਚ ਨਾ ਹਾ ਮੁਕਤਾ ਹੈ। ਮੁਕਤਾ ਕਿਉਂ ਆਇਆ ਮੈਂ ਇਹ ਵੀ ਦੱਸਾਂਗਾ। ਰੰਗ ਹੱਸੈਂ ਰੰਗ ਰੋਵੇਂ, ਚੁੱਪ ਵੀ ਕਰ ਜਾਹੇ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ। ਉਸੇ ਸੱਚੇ ਨਾ ਹੈ। ਅਸੀਂ ਨਾਹੇ ਕਿਉਂਕਿ ਜਾਹੇ ਪੜ੍ਹ ਲਿਆ ਤੇ ਅਸੀਂ ਸਹਿ ਸੁਭਾਵ ਉਹਨੂੰ ਵੀ ਨਾਹੇ ਪੜ੍ਹ ਜਾਂਦੇ ਹਾਂ। ਨਾ ਉੱਥੇ ਨਾ ਹਾ ਮੁਕਤਾ ਹੈ, ਉੱਥੇ ਬਹੁਵਚਨ ਨਹੀਂ ਹੈ। ਔਂਕੜ ਹਟ ਜਾਏ ਤੇ ਬਹੁਵਚਨ ਬਣ ਜਾਂਦਾ ਹੈ। ਉਹਦੇ ਨਾਲ ਗੁਪਤ ਸੰਬੰਧਕ ਹੈ, ਇੱਕ ਖਸਮ ਤੋਂ ਬਗੈਰ ਕਿਸੇ ਦੀ ਪਰਵਾਹ ਨਹੀਂ ਕਰਦੇ। ਇਸ ਕਰਕੇ ਨਾ ਹਾ ਮੁਕਤਾ ਆਇਆ ਹੈ। ਤੇ ਤੁਸੀਂ ਆਸਾ ਕੀ ਵਾਰ ਦੇ ਪਹਿਲੀ ਪੌੜੀ ਨਾਲ ਜਿਹੜਾ ਤੀਜਾ ਸ਼ਲੋਕ ਹੈ, ਖੇਤੈ ਅੰਦਰ ਛੁੱਟਿਆਂ ਕਹੋ ਨਾਨਕ 100 ਨਾਹ, ਉੱਥੇ 100 ਗਿਣਤੀਵਾਚਕ ਆ ਗਿਆ, ਸੈਂਕੜੇ ਵੈਸੇ ਬਹੁਵਚਨ ਹੈ ਤੇ ਨਾਹ ਦਾ ਹਾ ਮੁਕਤਾ ਹੋਏਗਾ। ਇਸ ਕਰਕੇ ਇੱਥੇ ਜਿਹੜਾ ਹਰ ਨਾਹ ਦਾ, ਹਰੀ ਖਸਮ, ਹਰੀ ਪਰਮਾਤਮਾ ਜਿਨ੍ਹਾਂ ਦੇ ਪਾਸ ਨਹੀਂ ਹੈ, ਜਿਨ੍ਹਾਂ ਦੇ ਕੋਲ ਨਹੀਂ ਹੈ। ਅਸਾੜ ਦੇ ਮਹੀਨੇ ਵਿੱਚ ਉਹੀ ਤਪਦਾ ਏ, ਉਹੀ ਮਨੁੱਖ ਤਪਦਾ ਹੈ, ਜਾਂ ਇੰਜ ਕਹਿ ਲਈਏ ਉਹ ਤੇ ਅਸਾੜ ਦਾ ਮਹੀਨਾ ਹੀ ਬਣਿਆ ਫਿਰਦਾ ਹੈ। ਉਹ ਅਸਾੜ ਦੇ ਮਹੀਨੇ ਵਾਂਗੂ ਹੀ ਤਪਦਾ ਫਿਰਦਾ ਹੈ। ਗੁਰੂ ਕੇ ਪਿਆਰ ਵਾਲਿਓ, ਤਪਣ ਦੀ ਗੱਲ ਮੇਰੇ ਗੁਰੂ ਨਾਨਕ ਪਿਤਾ ਜੀ ਨੇ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਬੇਕਾਰ ਇੱਥੇ ਬੱਬੇ ਨੂੰ ਲਾਂ, ਕੱਕੇ ਨੂੰ ਕੰਨਾ ਤੇ ਰਾਰਾ। ਇੱਥੇ ਵੀ ਬੇਕਾਰ ਦਾ ਅਰਥ ਉਹ ਨਹੀਂ ਹੈ ਚੀਜ਼ ਅਜਾਈ ਹੈ ਤੇ ਵਿਅਰਥ ਹੈ, ਇਸ ਵਾਸਤੇ ਨਹੀਂ ਆਇਆ। ਬੇਕਾਰ ਦਾ ਉੱਥੇ ਭਾਵੇਂ ਲਾਂ ਲੱਗੀ ਹੋਈ ਆ, ਉਹਦਾ ਅਰਥ ਵਿਕਾਰ ਹੀ ਨੇ, ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ ਇਤਿਆਦਿਕ ਵਿਕਾਰ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਜਿਨ੍ਹਾਂ ਨੂੰ ਬਾਣੀ ਵਿਸਰ ਗਈ। ਗੁਰੂ ਕੇ ਪਿਆਰ ਵਾਲਿਓ, ਬਾਣੀ ਨਾ ਵਿਸਾਰਿਓ। ਸਤਿਗੁਰਾਂ ਨੇ ਤੇ ਇੱਥੋਂ ਤੱਕ ਸਾਡੇ ਜੀਵਨ ਦਾ ਮਨੋਰਥ ਆਇਓ, ਸੁਨਨ ਪੜਨ ਕਉ ਬਾਣੀ, ਨਾਮ ਵਿਸਾਰ ਲੱਗੈ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਤੇਰੇ ਜੀਵਨ ਦਾ ਮਨੋਰਥ ਬਾਕੀ ਵੀ ਆਪਣੇ ਕਾਰ ਵਿਹਾਰ ਤੋਂ ਕਰਨੇ ਨੇ, ਪਰ ਯਾਦ ਰੱਖੀ ਤੇਰਾ ਅੰਮ੍ਰਿਤ ਵੇਲਾ ਤੇ ਬਾਣੀ ਤੋਂ ਸ਼ੁਰੂ ਹੋਣਾ ਚਾਹੀਦਾ ਹੈ ਨਾ। ਅੱਜ ਨਿਤਨੇਮ ਦੀ ਬਹੁਤੇ ਸਿੱਖ ਪਰਵਾਹ ਨਹੀਂ ਕਰਦੇ, ਕਰ ਲਿਆ ਤਾਂ ਵੀ ਕੋਈ ਨਹੀਂ, ਨਾ ਕਰ ਲਿਆ ਤਾਂ ਵੀ ਕੋਈ ਨਹੀਂ। ਇਹਨੂੰ ਇੱਕ ਰੂਲ ਬਣਾ ਲਓ, ਨਿਯਮ ਬਣਾ ਲਓ ਕਿ ਨਿਤਨੇਮ ਤੇ ਕਰਨਾ ਹੀ ਕਰਨਾ ਹੈ। ਦੇਰ ਸਵੇਰ ਕਦੀ ਕਦਾਈ ਹੋ ਸਕਦੀ ਹੈ, ਸਰੀਰ ਢਿੱਲਾ ਮੱਠਾ ਹੋ ਸਕਦਾ ਹੈ, ਕਦੀ ਆਪਾਂ ਲੇਟ ਹੋ ਸਕਦੇ ਹਾਂ, ਪਰ ਇਹ ਨਾ ਹੋਵੇ ਕਿਤੇ ਮੇਰਾ ਨਿਤਨੇਮ ਤੇ ਨਹੀਂ ਰਹਿ ਗਿਆ। ਜਦੋਂ ਤੁਹਾਡੇ ਅੰਦਰ ਨਿਤਨੇਮ ਬਾਣੀਆਂ ਨਾਲ ਪਿਆਰ, ਤੁਸੀਂ ਸਹਿਜ ਪਾਠ ਆਰੰਭ ਕੀਤਾ ਹੈ, ਗੁਰੂ ਦੀ ਸੰਗਤ ਨਾਲ ਪਿਆਰ ਤੁਹਾਡੇ ਅੰਦਰ ਖੋ ਪਵੇਗੀ। ਜੇ ਤੁਸੀਂ ਨਹੀਂ ਕਰੋਗੇ ਨਾ ਵੀ ਅੱਜ ਕੁਝ ਮੇਰਾ ਖੁੱਸਿਆ ਖੁੱਸਿਆ ਮੈਨੂੰ ਮਹਿਸੂਸ ਹੋ ਰਿਹਾ ਹੈ, ਨਾਮ ਕੀਤਾ ਹੋਵੇ, ਪਰ ਜਦੋਂ ਬਾਣੀ ਨਾਲ ਪਿਆਰ ਹੋਵੇਗਾ ਤਾਂ ਹੈ ਨਾ। ਬਾਣੀ ਵਿਸਰ ਗਈ ਤੇ ਪੱਕਾ ਰੋਗੀ ਬਣ ਗਿਆ। ਪੱਕਾ ਰੋਗੀ, ਆਮ ਪੱਕਾ ਰੋਗੀ ਪਹਿਲਾਂ ਕੋੜੀ ਨੂੰ ਕਿਹਾ ਜਾਂਦਾ ਸੀ, ਪਰ ਹੁਣ ਤੇ ਕੋੜ ਰੋਗ ਦਾ ਵੀ ਇਲਾਜ ਆ ਗਿਆ, ਮੁਫਤ ਇਲਾਜ ਹੁੰਦਾ ਉੱਥੇ। ਜਿਹਨੂੰ ਇਹ ਕੁਸ਼ਟ ਰੋਗ ਹੋ ਜਾਏ ਨਾ, ਇਹ ਕੋਈ ਕੀਤੇ ਕਰਮਾਂ ਦੀ ਸਜ਼ਾ ਨਹੀਂ ਹੈ। ਕਈ ਵਾਰੀ ਵੈਸੇ ਵੀ ਰੋਗ ਲੱਗ ਜਾਂਦੇ ਨੇ, ਅਸੀਂ ਨੂੰ ਕੀਤੇ ਕਰਮਾਂ ਦੀ ਕਈ ਵਾਰੀ ਸਜ਼ਾਵਾਂ ਹੋ ਸਕਦਾ। ਕਰਮ ਹੁਣ ਮੈਨੂੰ ਕੀ ਪਤਾ ਕਿਸੇ ਨੇ ਕੀ ਕਰਮ ਕੀਤੇ ਨੇ, ਕੱਲ ਮੇਰੇ ਸਰੀਰ ਨਾਲ ਕੀ ਹੋ ਜਾਣਾ ਮੈਨੂੰ ਕੀ ਪਤਾ ਹੈ, ਤੁਹਾਨੂੰ ਕੀ ਪਤਾ ਮੈਂ ਕੀ ਕਰਮ ਕੀਤੇ ਨੇ। ਮੈਂ ਜਾਣਦਾ, ਮੇਰਾ ਮਾਲਕ ਜਾਣਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਪਾਸ ਨਹੀਂ ਉਹ ਕਰਤਾ ਅਕਾਲ ਪੁਰਖ ਵਾਹਿਗੁਰੂ, ਉਹ ਤਪਦੇ ਨੇ ਕਿਉਂ? ਕਲ ਤਾਤੀ ਠਾਂਡਾ ਹਰ ਨਾਉ। ਕਲ ਦਾ ਮਤਲਬ ਕਲਯੁਗੀ ਜੀਵ ਜਿਹੜੇ ਨੇ, ਯਾਦ ਰੱਖਣਾ ਕਲਯੁਗ ਦੇ ਵਿੱਚ ਇਹ ਜਿਹੜੀ ਮਾਇਆ ਹੈ ਜਾਂ ਜਿੰਨੇ ਵਿਕਾਰ ਨੇ, ਇਹ ਅੱਗ ਵਾਂਗੂ ਤਪਦੇ ਹੋਏ ਨੇ। ਤੇ ਠੰਡ ਪਾਉਣ ਵਾਲਾ ਤੇ ਮੇਰੇ ਸਤਿਗੁਰੂ ਜੀ ਦੀ ਬਾਣੀ ਪ੍ਰਮਾਤਮਾ ਦਾ ਨਾਮ ਹੈ। ਤਾਂ ਹੀ ਤੇ ਗੁਰਦੇਵ ਪਿਤਾ ਨੇ ਕੀ ਬਖਸ਼ਿਸ਼ ਕੀਤੀ ਹੈ, ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਭਾਈ। ਸਤਿਗੁਰੂ ਗੁਰੂ ਨਾਨਕ ਪਿਤਾ ਜੀ ਦਾ ਮਲਾਲ ਰਾਗ ਅੰਦਰ ਇੱਕ ਸ਼ਲੋਕ, ਅਖੀਰਲੀ ਪੰਕਤੀ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਦੁਨੀਆ ਆਤਿਸ਼ ਕਹਿੰਦੇ ਨੇ ਅੱਗ, ਆਤਿਸ਼ਬਾਜ਼ੀ ਹੈ ਨਾ, ਅੱਗ ਬਾਜ਼ੀਆਂ ਲਗਾਉਂਦੀ ਹੈ। ਅਸੀਂ ਕਹਿੰਦੇ ਆਤਿਸ਼ਬਾਜ਼ੀ ਕਰਨੀ ਹੈ, ਆਮ ਕਰਦੇ ਨੇ ਕਈ ਵਿਆਹਾਂ 'ਤੇ ਜਾਂ ਹੋਰ ਵੀ ਜਿਹੜਾ ਇਹੋ ਜਿਹੇ ਸਮਾਗਮਾਂ 'ਤੇ ਲੋਕੀ ਕਰਦੇ ਨੇ ਆਤਿਸ਼ਬਾਜ਼ੀ। ਆਤਿਸ਼ ਅੱਗ ਨੂੰ ਕਹਿੰਦੇ ਨੇ, ਦੁਨੀਆ ਅੱਗ ਹੈ ਤੇ ਠੰਡ ਪਾਉਣ ਵਾਲਾ, ਖੁਨਕ ਦਾ ਅਰਥ ਹੈ ਠੰਡ ਪਾਉਣ ਵਾਲਾ। ਉਹ ਪਰਮਾਤਮਾ ਦਾ ਨਾਮ ਹੈ, ਖੁਦਾ ਦਾ ਨਾਮ ਹੈ ਇੱਕ। ਤੇ ਜੇ ਉਹਦੇ ਨੇੜੇ ਰਵਾਂਗੇ
ਤੇ ਫਿਰ ਇਹ ਮਾਇਆ ਸੂਰਜ ਅੱਗ ਦਾ ਗੋਲਾ, ਯਾਦ ਰੱਖਣਾ ਮਹੀਨਿਆਂ ਦਾ ਸੰਬੰਧ ਇਹਦੇ ਨਾਲ ਹੈ। ਇਸੇ ਤਰ੍ਹਾਂ ਹੀ ਮਾਇਆ ਦਾ ਵੀ ਪ੍ਰਭਾਵ ਇਸੇ ਤਰ੍ਹਾਂ ਹੀ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਇਹ ਕਰਤੇ ਦੀ ਖੇਡ ਹੈ। ਪਰ ਇਹ ਖਿਆਲ ਕਰਨਾ, ਜੇ ਮਾਤਾ ਦੇ ਉਦਰ ਵਿੱਚ ਜਿਹੜੀ ਅੱਗ ਹੈ, ਜੇ ਉੱਥੇ ਪ੍ਰਮਾਤਮਾ ਸਾਨੂੰ ਸੇਕ ਨਹੀਂ ਲੱਗਣ ਦਿੰਦਾ, ਤੇ ਮੈਂ ਬੇਨਤੀ ਕਰਾਂ ਸੀ ਗੁਰੂ ਅਰਜਨ ਦੇ ਪਿਤਾ ਜੀ ਵਾਂਗੂ ਇੱਥੇ ਬੇਨਤੀ ਕਰੀਏ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤਾਂ ਤੁਮ ਰੱਖਨ ਹਾਰੇ। ਉੱਥੇ ਤੇ ਰੱਖ ਲਿਆ ਸੀ ਮੇਰੇ ਦਾਤਿਆ, ਹੁਣ ਬਖਸ਼ਿਸ਼ ਕਰ। ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਇਸ ਸਾਗਰ ਵਿੱਚ ਤੇ ਅੱਗ ਦੀਆਂ ਲਹਿਰਾਂ ਨੇ, ਮੈਨੂੰ ਸਾੜਦੀਆਂ ਨੇ। ਜੇ ਉੱਥੇ ਤੂੰ ਬਚਾ ਸਕਦਾ ਤੇ ਇੱਥੇ ਤੇਰੇ ਤੋਂ ਬਗੈਰ ਹੋਰ ਕੋਈ ਨਹੀਂ ਮੈਨੂੰ ਬਚਾ ਸਕਦਾ, ਕੇਵਲ ਤੂੰ ਹੀ ਬਚਾਉਣ ਵਾਲਾ ਹੈ। ਗੁਰੂ ਕੀ ਬਾਣੀ, ਪਰਮਾਤਮਾ ਦਾ ਨਾਮ, ਗੁਰੂ ਕੀ ਬਾਣੀ ਪਰਮੇਸ਼ਰ ਦੀਆਂ ਗੱਲਾਂ ਕਰਦੀ ਹੈ ਨਾ, ਪਰਮੇਸ਼ਰ ਦੇ ਨਾਮ ਨਾਲ ਹੀ ਜੁੜਦੀ ਹੈ। ਤੇ ਸਤਿਗੁਰੂ ਇੱਥੇ ਸਮਝਾਉਂਦੇ ਨੇ, ਜਿਨ੍ਹਾਂ ਦੇ ਪਾਸ ਪਰਮਾਤਮਾ ਦਾ ਨਾਮ ਨਹੀਂ, ਚੇਤੇ ਰੱਖਣਾ ਅਸੀਂ ਜੁੜਨਾ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ। ਤੇ ਫਿਰ ਮੇਰੇ ਪਾਤਸ਼ਾਹ ਕਹਿੰਦੇ ਨੇ, ਤਪਣ ਦਾ ਕਾਰਨ ਦੂਜਾ ਹੋਰ ਕੀ ਹੈ? ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਜਗ ਜੀਵਨ ਦਾ ਅਰਥ ਹੈ ਸਾਰੇ ਜਗ ਨੂੰ ਜੀਵਨ ਦੇਣ ਵਾਲਾ। ਉਹਦੇ ਵਿੱਚ ਸਾਰੇ ਜੀਵ ਜੰਤੂ ਆ ਜਾਂਦੇ ਨੇ, ਕੀੜੇ ਮਕੌੜੇ ਜੋ ਵੀ ਆਪਾਂ ਵੇਖਦੇ ਹਾਂ, ਜਿੰਨੀਆਂ ਵੀ ਖਾਣੀਆਂ ਨੇ ਸਾਰੀਆਂ ਆ ਜਾਂਦੀਆਂ ਨੇ। ਸਾਰਿਆਂ ਦਾ ਜੀਵਨ ਦਾਤਾ ਕਰਤਾ ਅਕਾਲ ਪੁਰਖ ਵਾਹਿਗੁਰੂ ਹੈ। ਬੰਦਾ ਕਿਸੇ ਨੂੰ ਜੀਵਨ ਨਹੀਂ ਦੇ ਸਕਦਾ। ਆ ਤੁਸੀਂ ਵੇਖ ਲਓ, ਬੰਦੇ ਦਾ ਅਖੀਰਲਾ ਸਮਾਂ ਆਵੇ, ਪੈਸੇ ਬਹੁਤ ਨੇ, ਪਰਿਵਾਰ ਨੂੰ ਕਹਿੰਦਾ ਹੈ, ਡਾਕਟਰ ਨੂੰ ਕਹਿੰਦਾ ਹੈ ਬਚਾ ਲਵੋ, ਪੈਸੇ ਮਰਜ਼ੀ ਜਿੰਨੇ ਲੈ ਲਿਓ। ਡਾਕਟਰ ਇਲਾਜ ਤੇ ਕਰ ਸਕਦੇ ਨੇ, ਡਾਕਟਰ ਬਚਾ ਤੇ ਨਹੀਂ, ਸਵਾਸ ਆਪਣੇ ਕੋਲੋਂ ਨਹੀਂ ਨਾ ਪਾ ਸਕਦਾ ਡਾਕਟਰ। ICU 'ਚ ਰੱਖ ਕੇ ਕਿੰਨਾ ਚਿਰ ਉਹ ਨਕਲੀ ਸਾਹ ਚੱਲਦੇ ਰਹਿੰਦੀ, ਮਸ਼ੀਨ ਚੱਲਦੀ ਨਹੀਂ, ਸਰੀਰ ਹਿਲਦਾ ਰਹਿੰਦਾ, ਲੱਗਦਾ ਜਿਵੇਂ ਬੰਦਾ ਜਿਉਂਦਾ ਹੋਵੇਗਾ, ਪਰ ਹੁੰਦਾ ਉਹ ਡੈਡ ਹੀ ਹੈ। ਗੁਰੂ ਕੇ ਪਿਆਰ ਵਾਲਿਓ, ਸਾਰਿਆਂ ਨੂੰ ਸਵਾਸ ਦੇਣ ਵਾਲਾ ਕਰਤਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਤੇ ਇਹੋ ਜਿਹਾ ਕਰਤਾ ਪੁਰਖ ਛੱਡ ਕੇ ਮਾਨਸ ਦੀ ਆਸ ਰੱਖਾਂਗੇ, ਕਿਸੇ ਬੰਦੇ ਦੀ ਆਸ ਰੱਖਾਂਗੇ, ਤੇ ਫਿਰ ਗੁਰੂ ਦਰ ਤੇ ਕਿਵੇਂ ਸਾਨੂੰ ਪ੍ਰਵਾਨਗੀ ਮਿਲੇਗੀ? ਸ਼ਬਦ ਗੁਰੂ ਨਾਲ ਜੁੜਨਾ, ਤੇ ਫਿਰ ਆਸਾਂ ਬੰਦਿਆਂ ਦੀਆਂ ਰੱਖਣਾ। ਹਾਂ, ਬੰਦਾ ਬੰਦੇ ਦੇ ਕੰਮ ਆਉਂਦਾ ਹੈ, ਪਰ ਜਿਹੜਾ ਕੰਮ ਆਇਆ ਉਹ ਇਹ ਨਾ ਸਮਝੇ ਕਿ ਇਹ ਮੇਰੇ ਕਰਕੇ ਦਾ ਕਾਰਜ ਸਮਰਿਆ। ਉਹ ਆਖੇ ਮੇਰੇ ਮਾਲਕ ਨੇ ਮੇਰੇ ਤੇ ਕਿਰਪਾ ਕੀਤੀ, ਮੈਂ ਕਿਸੇ ਦੇ ਕੰਮ ਆ ਸਕਿਆ, ਉਹਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਕਾਜ ਸਵਾਰਨ ਵਾਲਾ ਉਹ ਕਰਤਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਇਸ ਕਰਕੇ ਜੀਵਨ ਦੇ ਅੰਦਰ ਖਿਆਲ ਕਰਨਾ, ਆਸ ਇੱਕ ਨਿਰੰਕਾਰ ਦੀ ਰੱਖਣਾ। ਮਾਨ ਨਿਮਾਣੇ ਤੂੰ ਧਣੀ ਤੇਰਾ ਪ੍ਰਵਾਸਾ, ਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ। ਬਿਨਾਂ ਸੱਚੇ ਤੋਂ ਕਿਸੇ ਹੋਰ ਦੀ ਟੇਕ ਰੱਖਣ ਵਾਲਾ ਸਤਿਗੁਰੂ ਉਹਨੂੰ ਕੱਚਾ ਮੰਨਦੇ ਨੇ, ਸੋ ਜਾਣੋ ਕਾਚਾ। ਆਪਾਂ ਕੱਚੇ ਨਹੀਂ, ਅਸੀਂ ਤੇ ਸੱਚੀ ਪ੍ਰੀਤ ਉਸ ਨਿਰੰਕਾਰ ਨਾਲ ਪਾਉਣੀ ਹੈ। ਤੇ ਯਾਦ ਰੱਖਣਾ, ਜੇ ਆਪਾਂ ਮਨੁੱਖਾਂ ਤੇ ਆਸਾਂ ਰੱਖਾਂਗੇ ਨਾ, ਭਾਵੇਂ ਇੱਥੇ ਠੀਕ ਹੈ ਮੱਥੇ ਆ ਕੇ ਟੇਕੀ ਜਾਵਾਂਗੇ, ਬਾਣੀ ਵੀ ਪੜ੍ਹੀ ਜਾਵਾਂਗੇ, ਪਰ ਮੇਰਾ ਗੁਰੂ ਤੇ ਜਾਣਦਾ ਹੈ, ਤੇ ਗੁਰੂ ਤੇ ਕਹਿੰਦਾ ਨਾ ਤੂੰ ਆ ਕੇ ਮੱਥੇ ਮੇਰੇ ਕੋਲ ਟੇਕਦਾ, ਸਾਰਾ ਕੁਝ ਕਰਦਾ, ਪਰ ਤੇਰੀ ਆਸ ਤੇ ਕਿਸੇ ਹੋਰ ਤੇ ਵੇ। ਕੋਈ ਫੁੱਲਾਂ ਦੀ ਸੁਗੰਧੀ ਦਾ ਸ਼ੌਕੀਨ ਵੱਖ-ਵੱਖ ਫੁੱਲਾਂ ਦੀ ਖਿੜੀ ਹੋਈ ਫੁਲਵਾੜੀ ਵਿੱਚ ਘੁੰਮਦਾ ਪਿਆ ਸੀ। ਉਹਨੇ ਵੇਖਿਆ ਬੜਾ ਇੱਕ ਅਜੀਬੋ ਗਰੀਬ, ਉੱਥੇ ਵੇਖਿਆ ਹਾਲਾਤ ਵੇਖੇ, ਚੰਪੇ ਦਾ ਫੁੱਲ ਵੀ ਖਿੜਿਆ ਹੋਇਆ ਹੈ, ਪਰ ਭੰਵਰਾ ਜਿਹੜਾ ਬਾਕੀ ਫੁੱਲਾਂ ਤੇ ਆਕਕ ਤੇ ਬੈਠਦਾ ਹੈ, ਪਰ ਚੰਪੇ ਦੇ ਫੁੱਲ ਉੱਤੇ ਕੋਈ ਨਹੀਂ ਬਹਿੰਦਾ। ਤੇ ਨਾ ਚੰਪੇ ਦਾ ਫੁੱਲ ਬੋਲਦਾ ਹੈ। ਇਹ ਤੇ ਕਵੀ ਦੀ ਆਪਣੀ ਹੁੰਦੀ ਹੈ ਨਾ, ਕਵੀ ਹਰ ਚੀਜ਼ ਤੋਂ ਬੁਲਵਾ ਲੈਂਦਾ ਹੈ। ਮੇਰੇ ਗੁਰੂ ਨਾਨਕ ਸਾਹਿਬ ਨੇ ਤਲਾਬ ਤੋਂ ਵੀ ਗੱਲ ਕਰਵਾ ਦਿੱਤੀ, ਪੱਬਰ ਤੂੰ ਹਰਿਆਵਲਾ ਕਮਲਾ ਕੰਚਨ ਵੰਨ। ਸਰੋਵਰ ਕੋਈ ਬੋਲਦੇ ਨਹੀਂ ਹੁੰਦੇ, ਪਰ ਸਤਿਗੁਰੂ ਨੇ ਉਹਨਾਂ ਤੋਂ ਵੀ ਬੁਲਵਾ ਲਿਆ, ਕਵੀ ਜਨ ਜਿਹੜੇ ਦੇ। ਤੇ ਸਤਿਗੁਰੂ ਤੇ ਰੱਬੀ ਸ਼ਾਇਰ ਨੇ ਗੁਰਦੇਵ ਪਿਤਾ ਜੀ। ਤੇ ਕਹਿੰਦੇ ਨੇ ਉਹਨੇ ਸਹਿਜ ਸੁਤੇ ਸਵਾਲ ਕੀਤਾ ਚੰਪਾ ਦੇ ਫੁੱਲ ਨੂੰ, ਐ ਚੰਪਾ ਦੇ ਫੁੱਲ ਤੇਰੇ ਵਿੱਚ 3 ਖੂਬੀਆਂ ਮੈਂ ਵੇਖੀ ਨੇ ਸਾਰੇ ਫੁੱਲਾਂ ਵਾਂਗੂ। ਚੰਪਾ ਤੁਝ ਮੇਂ 3 ਗੁਣ ਰੂਪ ਰੰਗ ਅਰਬਾਸ। ਰੂਪ ਦਾ ਇੱਥੇ ਅਰਥ ਲਵਾਂਗੇ, ਤੇਰੀ ਸ਼ੇਪ, ਤੇਰਾ ਆਕਾਰ ਬੜਾ ਵਧੀਆ ਹੈ, ਤੇਰਾ ਰੰਗ ਵੀ ਬੜਾ ਵਧੀਆ ਹੈ, ਤੇਰੇ ਵਿੱਚ ਸੁਗੰਧੀ ਵੀ ਬੜੀ ਹੈ। ਵੋ ਅਵਗੁਣ ਕਿਆ ਤੁਝ ਮੈਂ ਭਵਰ ਨਾ ਬੈਠੇ ਪਾਸ। ਤੇਰੇ ਵਿੱਚ ਕਿਹੜਾ ਅਵਗੁਣ ਹੈ? ਭਵਰਾ ਤੇਰੇ ਕੋਲ ਕਿਉਂ ਨਹੀਂ ਬਹਿੰਦਾ? ਬਾਕੀ ਫੁੱਲਾਂ ਤੇ ਮੰਡਰਾਉਂਦਾ, ਕਦੀ ਉੱਥੇ ਬਹਿ ਜਾਂਦਾ, ਕਦੀ ਉੱਥੇ ਬਹਿ ਜਾਂਦਾ।
ਉਹਨੇ ਅੱਗੋਂ ਜਿਹੜਾ ਜਵਾਬ ਦਿੱਤਾ ਸੀ ਨਾ, ਬੜਾ ਕਮਾਲ ਦਾ ਸੀ। ਰਸੀਆ ਮੁਝ ਮੇ ਤੀਨ ਗੁਣ, ਤੇਰੀ ਗੱਲ ਬਿਲਕੁਲ ਠੀਕ ਹੈ, ਰੂਪ ਰੰਗ ਅਰਬਾਸ ਮੇਰੇ ਵਿੱਚ ਹੈਗੇ ਨੇ, ਪਰ ਜਗ੍ਹਾ ਜਗ੍ਹਾ ਕੇ ਮੀਤ ਕੋ ਕਮਨ ਬਿਠਾਏ ਪਾਸ। ਜਿੰਨੇ ਥਾਂ ਥਾਂ ਤੇ ਮਿੱਤਰਤਾ ਪਾਈ ਹੈ, ਮੈਨੂੰ ਆਪਣੇ ਨੇੜੇ ਨਹੀਂ ਟੁੱਕਣ ਦਿੰਦਾ। ਇਹ ਚੰਪੇ ਦੇ ਫੁੱਲ ਦਾ ਜਵਾਬ ਸੀ। ਯਾਦ ਰੱਖਣਾ, ਮੇਰਾ ਗੁਰੂ ਵੀ ਇਸੇ ਤਰ੍ਹਾਂ ਦੇ, ਚੇਤੇ ਰੱਖਿਓ। ਵਿਸ਼ਵਾਸ ਇੱਕ ਤੇ ਮੇਰੇ ਸਤਿਗੁਰੂ ਗੁਰਦੇਵ ਪਿਤਾ ਜੀ ਨੇ ਸਾਨੂੰ ਇੱਕ ਤੇ ਵਿਸ਼ਵਾਸ, ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਤੁਹਾਡੀ ਪੜ੍ਹੀ ਹੋਈ ਗੁਰਬਾਣੀ, ਤੁਹਾਡਾ ਕੀਤਾ ਹੋਇਆ ਨਿਤਨੇਮ, ਕੀਤੀ ਹੋਈ ਸੰਗਤ, ਸੁਣਿਆ ਹੋਇਆ ਕੀਰਤਨ, ਸੁਣੀ ਕਥਾ ਉਦੋਂ ਸਫਲ ਸੁਖਦਾਈ ਹੋਵੇਗੀ ਜਦੋਂ ਤੁਹਾਡਾ ਅਟਲ ਵਿਸ਼ਵਾਸ ਇੱਕ ਨਿਰੰਕਾਰ ਤੇ ਬਣ ਗਿਆ, ਇੱਕ ਗੁਰੂ ਤੇ ਬਣ ਗਿਆ। ਦੁਈਏ ਭਾਏ ਵਿਗੁਚੀਐ, ਗਲ ਪਈ ਸਜਮ ਕੀ ਫਾਸ। ਦੂਜੇ ਭਾ ਮਾਇਆ ਦੇ ਮੋਹ ਜਾਂ ਮਨੁੱਖਾਂ ਤੇ ਆਸ ਰੱਖਣੀ, ਇਹ ਦੂਜਾ ਭਾਗ ਹੈ। ਵਿਗੁਚੀ ਦਾ ਖੱਜਲ ਖੁਵਾਰੀ, ਹਰ ਬਿਸਰਤ ਸਦਾ ਖੁਵਾਰੀ, ਤਾਕੋ ਧੋਖਾ ਕਹਾ ਬਿਆਪੈ ਜਾਕੋ ਓਟ ਤੁਹਾਰੀ। ਕਹਿੰਦੇ ਨੇ ਇਹ ਉਹਨੇ ਗੱਲ ਵਿੱਚ ਸਮਝ ਲਓ ਜਮਾਂ ਦੀ ਫਾਹੀ ਪਾ ਲਈ ਆਪਣੇ, ਇਹ ਜਮ ਹੀ ਨੇ। ਇਸੇ ਪਾਵਨ ਪਵਿੱਤਰ ਬਾਣੀ ਅੰਦਰ ਪਹਿਲੇ ਪਦੇ ਵਿੱਚ ਮੈਂ ਗੱਲ ਕੀਤੀ ਸੀ ਨਾ, ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਜਿਹੜੇ ਐਵੇਂ ਹੀ ਮਤਲਬੀ ਤੌਰ ਤੇ ਸਾਡੇ ਮਿੱਤਰ ਸੱਜਣ ਬਣਦੇ ਨੇ, ਜਮ ਦਾ ਰੂਪ ਹੋ ਕੇ ਟੱਕਰਦੇ ਨੇ, ਇਹ ਚੇਤੇ ਰੱਖਣਾ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਤੇ ਇੱਥੇ ਵੀ ਸਤਿਗੁਰ ਕਹਿੰਦੇ ਦੁਈਏ ਭਾਏ ਵਿਗੁਚੀ ਹੈ, ਗੱਲ ਪਈ ਸੁ ਜਮ ਕੀ ਫਾਸ। ਇਹ ਜਮਾਂ ਦੀ ਫਾਹੀ ਤੇ ਨੇ ਆਪੇ ਗੱਲ ਵਿੱਚ ਪਾ ਲਈ ਹੈ, ਪਈ ਹੋਈ ਹੈ ਜਮਾਂ ਦੀ ਫਾਹੀ। ਜੇ ਖਾ ਬੀਜੈ ਸੋ ਲੁਣੇ, ਮੱਥੈ ਜੋ ਲਿਖਿਆਸ। ਜੋ ਬੀਜਦਾ ਹੈ, ਲੁਣੇ ਦਾ ਅਰਥ ਹੈ ਉਹ ਵੱਢਦਾ ਹੈ। ਜੋ ਬੀਜੇਗਾ ਬੰਦਾ ਉਹਨੂੰ ਵੱਢਣਾ ਪੈਣਾ ਹੈ। ਕਦੀ ਨਾ ਕਿਤੇ ਆਸ ਲਗਾਇਓ। ਬਾਬਾ ਫਰੀਦ ਜੀ ਦੇ ਪਾਵਨ ਸ਼ਲੋਕ ਨੂੰ ਚੇਤੇ ਰੱਖਿਓ। ਫਰੀਦਾ ਲੋੜੈ ਦਾਖ ਬਿਜੂਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏਂ ਦਾ ਪੈਦਾ ਲੋੜੈ ਪੱਟ। ਕੋਈ ਜੱਟ ਜ਼ਿਮੀਂਦਾਰ ਕਿੱਕਰ ਦੇ ਬੀਜ ਬੀਜਦਾ ਪਿਆ ਤੇ ਆਸ ਰੱਖਦਾ ਹੈ ਇਹਨੂੰ ਅੰਮ੍ਰਿਤ ਦੇ ਫਲ ਲੱਗਣ, ਕਦੀ ਹੋ ਨਹੀਂ ਸਕਦਾ। ਇਹਨੂੰ ਦਾਖਾਂ ਲੱਗਣ, ਅੰਗੂਰ ਲੱਗਣ। ਇਹ ਤੇ ਅੰਗੂਰ ਲੱਗਣੇ ਨੇ, ਅੰਗੂਰ ਦੀਆਂ ਵੇਲਾਂ ਲਾ ਜੇ ਅੰਗੂਰ ਖਾਣਾ ਚਾਹੁੰਦਾ ਹੈ ਤਾਂ। ਜੋ ਤੂੰ ਚਾਹੁੰਦਾ ਉਹ ਤੈਨੂੰ ਬੀਜਣਾ ਪਵੇਗਾ। ਬੀਜੈ ਬਿਖ ਤੇ ਮੰਗੈ ਅੰਮ੍ਰਿਤ, ਵੇਖੋ ਇਹ ਨਿਆਉ। ਜੇ ਧਰਤੀ ਦਾ ਇਹ ਨਿਯਮ ਹੈ, ਨੇਚਰ ਦਾ ਨਿਯਮ ਹੈ, ਧਰਤੀ ਵਿੱਚ ਜੋ ਬੀਜੋਗੇ, ਇੱਕ ਕਣਕ ਦਾ ਦਾਣਾ ਪਾਇਆ, ਇੱਕ ਦਿਨ ਉਸੇ ਦਾਣੇ ਨੇ ਕਿੰਨਾ ਕਣਕ ਦਾ ਵੱਡਾ ਬੂਟਾ ਬਣਾ ਦਿੱਤਾ। ਇੱਕ ਇੱਕ ਬੂਟੇ ਵਿੱਚ ਕਿੰਨੇ ਕਿੰਨੇ ਸਿੱਟੇ ਲੱਗ ਗਏ, ਇੱਕ ਦਾਣੇ ਤੋਂ ਕਿੰਨੇ ਦਾਣੇ ਤਿਆਰ ਹੋ ਗਏ। ਇੱਕ ਦਾਣਾ ਬੀਜਿਆ ਸੀ, ਕਿੰਨੇ ਦਾਣੇ ਵੱਢ ਲਏ। ਇਸੇ ਤਰ੍ਹਾਂ ਹੀ ਗੁਰੂ ਕੇ ਪਿਆਰ ਵਾਲਿਓ, ਇਹ ਸਰੀਰ ਵੀ ਸਤਿਗੁਰੂ ਗੁਰਦੇਵ ਪਿਤਾ ਕਹਿੰਦੇ ਨੇ ਇਹਨੂੰ ਧਰਤੀ ਬਣਾ ਲੈ। ਅਮਲ ਕਰ ਧਰਤੀ, ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇਹ ਪਾਣੀ। ਹੋਏ ਕਿਰਸਾਨ ਈਮਾਨ ਜਮਾਏ ਲੈ, ਪੇਸ਼ਤ ਦੋਜਕ ਮੂੜੇ। ਇਹ ਵਜਾਣੀ ਮਤ ਜਾਣ ਸੈਂ ਗੱਲੀ ਪਾਇਆ, ਮਾਲ ਕੈ ਮਾਣੇ ਰੂਪ ਕੀ ਸ਼ੋਭਾ, ਇਤ ਵਿਧੀ ਜਨਮ ਗਵਾਇਆ। ਮਤਾਂ ਤੂੰ ਆਖੇ ਗੱਲਾਂ ਨਾਲ ਮਿਲ ਜਾਵੇਗਾ ਨਾ, ਤੈਨੂੰ ਅਮਲੀ ਜੀਵਨ। ਅਮਲ ਦਾ ਮਤਲਬ ਉਹ ਨਹੀਂ, ਦੂਜੇ ਅਮਲ ਨਹੀਂ, ਸ਼ਰਾਬ ਅਮਲ, ਅਫੀਮ ਅਮਲ, ਪੋਸਤ ਅਮਲ। ਅਮਲ ਦਾ ਮਤਲਬ ਹੈ ਜੋ ਗੁਰਬਾਣੀ ਕਹਿੰਦੀ ਹੈ ਉਸ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ। ਸਤਿਗੁਰੂ ਕਹਿੰਦੇ ਨੇ ਜਿਹੋ ਜਿਹਾ ਕੋਈ ਬੀਜਦਾ ਹੈ ਉਹਨੂੰ ਵੱਢਣਾ ਪੈਂਦਾ ਹੈ, ਉਹੀ ਉਹਦੇ ਮੱਥੇ ਦੇ ਲੇਖ ਬਣ ਜਾਂਦੇ ਨੇ। ਫਿਰ ਇਹੋ ਜਿਹੀ ਜੀਵ ਇਸਤਰੀ ਰੈਣ ਵਿਹਾਣੀ। ਇੱਕ ਤੇ ਰੈਣ ਹੁੰਦੀ ਹੈ 4 ਪਹਿਰ ਦੀ, ਆ ਰਾਤ ਪੈਂਦੀ ਹੈ ਸਵੇਰੇ ਦਿਨ ਚੜ੍ਹਦਾ ਹੈ, ਪਰ ਇਸ ਰੈਣ ਦਾ ਜਿਹੜਾ ਇਸ਼ਾਰਾ ਸਾਡੀ ਉਮਰ ਰੂਪੀ ਰਾਤ ਵੱਲ ਹੈ। ਸਾਰੀ ਉਮਰ ਨੂੰ ਵੀ ਗੁਰਦੇਵ ਪਿਤਾ ਨੇ ਕਈ ਵਾਰੀ ਰੈਣ ਆਖਿਆ। ਦੂਜੀ ਰੈਣ ਬਾਰੇ ਵੀ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮੈ ਕੌਡੀ ਬਦਲੇ ਜਾਏ। ਜਦੋਂ ਜੀਵਨ ਰੂਪੀ ਰਾਤ ਲੰਘ ਗਈ, ਪਛਤਾਣੀ ਵਿਹਾਣੀ ਦਾ ਅਰਥ ਹੈ ਬਤੀਤ ਹੋ ਗਈ, ਤੇ ਫਿਰ ਉਹਨੂੰ ਪਛਤਾਉਂਦੀ ਹੈ। ਪਰ ਹੁਣ ਪਛਤਾਇਆ ਕੀ ਬਣਦਾ ਹੈ? ਸਤਿਗੁਰਾਂ ਦਾ ਪਾਵਨ ਬਚਨ, ਅਬ ਨਾ ਭਜਸ। ਗੁਰਬਾਣੀ ਅੰਦਰ ਭਗਤ ਕਬੀਰ ਜੀ, ਅਬ ਨਾ ਭਜਸ ਭਜਸ ਕਬ ਭਾਵੀ, ਭਾਈ ਆਵੇ ਅੰਤ ਨਾ ਭਜਿਆ ਜਾਈ। ਤੇ ਨਾਲ ਹੀ ਭਗਤ ਤਰਲੋਚਨ ਜੀ, ਅੰਤਕਾਲ ਜੋ ਅੰਤਕਾਲ ਨਾਰਾਇਣ ਸਿਮਰੈ। ਅੰਤਕਾਲ ਨੂੰ ਚੇਤੇ, ਅੰਤਕਾਲ ਗੁਰਬਾਣੀ ਨੇ ਕਿਹਾ ਕਿਹਨੂੰ ਹੈ?
ਅੰਤਕਾਲ, ਜਿਵੇਂ ਆਪਾਂ ਅੰਤਲਾ ਸਮਾਂ ਕਹਿੰਦੇ ਹਾਂ, ਸਾਰੀਆਂ ਜੂਨਾਂ ਦੇ ਵਿੱਚੋਂ ਮਨੁੱਖਾ ਜਨਮ ਨੂੰ ਅੰਤਲਾ ਸਮਾਂ ਸ੍ਰੇਸ਼ਟ, ਇਹ ਤੁਹਾਡੀ 84ਵੀਂ ਪੌੜੀ ਹੈ। ਉਸ ਪੌੜੀ 'ਤੇ ਪਹੁੰਚ ਕੇ ਮੰਜ਼ਿਲ ਅੱਗੇ ਹੈ, ਪਰ ਜੇ ਕਿਤੇ ਪੈਰ ਤਿਲਕ ਗਿਆ ਤੇ ਫਿਰ ਆਪਾਂ ਡਿੱਗ ਕੇ ਮਰ ਵੀ ਸਕਦੇ ਹਾਂ, ਹੱਡ ਪੈਰ ਵੀ ਤੁੜਾ ਸਕਦੇ ਹਾਂ, ਬੜਾ ਕੁਝ ਹੋ ਸਕਦਾ ਹੈ। ਅੰਤਲਾ ਸਮਾਂ ਮਾਲਕ ਨੇ ਤੁਹਾਨੂੰ ਮਨੁੱਖਾ ਜਨਮ ਦਿੱਤਾ ਹੈ, ਇਸ ਕਰਕੇ ਕਿਤੇ ਐਵੇਂ ਨਾ ਬਤੀਤ ਕਰ ਜਾਈਏ ਬਾਅਦ ਵਿੱਚ ਪਛਤਾਈਏ। ਆਪਣੀ ਖੇਤੀ ਰਾਖ ਲੈ ਕੂੰਜ ਪੜੇਗੀ ਖੇਤ, ਆਪਣੀ ਖੇਤੀ ਦੀ ਆਪ ਸੰਭਾਲ ਕਰਨੀ ਪਵੇਗੀ, ਨਹੀਂ ਤੇ ਕੂੰਜਾਂ ਆ ਕੇ ਬੀਜ ਚੁਗ ਜਾਣਗੀਆਂ। ਉੱਠ ਚਲੀ ਗਈ ਨਿਰਾਸ਼ ਹੋ ਕੇ ਢਹਿੰਦੀ ਕਲਾ ਵਾਲਾ ਜੀਵਨ ਇੱਥੋਂ ਬਤੀਤ ਕਰਕੇ ਜਾਂਦੀ ਹੈ। ਸਤਿਗੁਰੂ ਕਹਿੰਦੇ ਨੇ ਫਿਰ ਇਸ ਜੀਵਨ ਨੂੰ ਚੜ੍ਹਦੀ ਕਲਾ ਵਾਲਾ ਕਿਵੇਂ ਕੀਤਾ ਜਾ ਸਕਦਾ ਹੈ? ਜਿਨ ਕਉ ਸਾਧੂ ਭੇਟੀ ਹੈ। ਸਾਧੂ ਸ਼ਬਦ ਗੁਰਬਾਣੀ ਅੰਦਰ ਗੁਰਮੁਖਾਂ ਵਾਸਤੇ ਵੀ ਆਇਆ, ਚੇਤੇ ਰੱਖਣਾ, ਬਹੁਤੀ ਥਾਈਂ ਸਤਿਗੁਰੂ ਜੀ ਵਾਸਤੇ ਆਇਆ ਹੈ। ਸਾਧ ਵੀ ਅਤੇ ਸਾਧੂ ਵੀ, ਇੱਥੇ ਸਾਧੂ ਵੀ ਗੁਰੂ ਸ਼ਬਦ ਦਾ ਲਖਾਇਕ ਹੈ। ਅੰਚਲ ਗਹਿ ਕੈ ਸਾਧ ਕਾ ਤਰਨਾ ਇਹ ਸੰਸਾਰ। ਗੁਰੂ ਦਾ ਜਿਨ੍ਹਾਂ ਨੇ ਪੱਲਾ ਨਹੀਂ ਛੱਡਿਆ ਉਹ ਭਵਸਾਗਰ ਵਿੱਚ ਕਦੀ ਡੁੱਬਦੇ ਕੋਈ ਨਹੀਂ, ਕਿਉਂਕਿ ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੈ। ਆਪ ਵੀ ਮੁਕਤ ਹੈ ਤੇ ਮੈਨੂੰ ਵੀ ਤਾਰਨ ਦੀ ਸਮਰੱਥਾ ਰੱਖਦਾ ਹੈ। ਮੰਨੈ ਤਰੈ ਤਾਰੇ ਗੁਰ ਸਿੱਖ, ਆਪ ਵੀ ਤਰਦਾ ਏ, ਆਪਣੇ ਸਿੱਖਾਂ ਨੂੰ ਵੀ ਤਾਰਦਾ ਹੈ। ਤਾਂ ਹੀ ਤੇ ਕਿਹਾ ਜਿਨ੍ਹਾਂ ਨੂੰ ਗੁਰੂ ਦੇ ਨਾਲ ਮਿਲਾਪ ਜਿਨ੍ਹਾਂ ਦਾ ਹੋ ਗਿਆ, ਸਾਧੂ ਭੇਟੀ ਹੈ। ਸਾਧੂ ਮੈਨੇ ਗੁਰੂ ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ ਰਾਮ ਨਾਮ ਔਖਦ ਦਿਆ, ਏਕਾ ਲਿਵ ਲਾਈ। ਸਤਿਗੁਰੂ ਨੇ ਜਦੋਂ ਮਿਲਾਪ ਸਾਡਾ ਹੋਏਗਾ ਨਾ, ਤੇ ਗੁਰਬਾਣੀ ਸਾਡੇ ਜੀਵਨ ਨੂੰ ਦੀ ਬਣਤਰ ਬੜੀ ਖੂਬਸੂਰਤ ਬਣਾ ਦਿੰਦੀ ਹੈ। ਯਾਦ ਰੱਖਣਾ, ਸਤਿਗੁਰੂ ਸਾਡੇ ਜੀਵਨ ਨੂੰ ਸਵਾਰ ਦਿੰਦੇ ਨੇ। ਜਿਨ ਕੋ ਸਾਧੂ ਭੇਟੀਏ ਸੋ ਦਰਗਾਹ ਹੋਏ ਖਲਾਸ। ਦਰਗਾਹ ਦਾ ਅਰਥ ਹੈ ਪ੍ਰਭੂ ਦੀ ਹਜ਼ੂਰੀ, ਉਹਦੀ ਹਜ਼ੂਰੀ ਹਰ ਥਾਂ 'ਤੇ ਵੇ। ਕੋਈ ਐਸਾ ਜਗ੍ਹਾ ਨਹੀਂ ਜਿੱਥੇ ਇੱਕ ਤੇ ਆਪਾਂ ਮਰਨੋਂ ਉਪਰੰਤ ਦਰਗਾਹ ਮੰਨੀ ਜਾਂਦੀ ਹੈ ਨਾ, ਉਹ ਤੇ ਮਰਾਂਗੇ ਤੇ ਜਾਵਾਂਗੇ, ਵਾਹ ਪਵੇਗਾ ਫਿਰ ਪਤਾ ਲੱਗੇਗਾ ਨਾ। ਪਰ ਇੱਥੇ ਤੇ ਸਤਿਗੁਰੂ ਜਿਉਂਦਿਆਂ ਜੀ ਗੱਲ ਕਰਦੇ ਨੇ, ਭਾਵ ਉਹ ਸੰਸਾਰ ਵਿੱਚ ਮੁਕਤ ਹੋ ਜਾਂਦੇ ਨੇ। ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਮਰਨੋਂ ਉਪਰੰਤ ਮੁਕਤੀ ਵਾਲੀ ਜਿਹੜੀ ਗੱਲ ਹੈ ਗੁਰਮਤਿ ਨੇ ਪ੍ਰਵਾਨ ਕੋਈ ਨਹੀਂ ਕੀਤੀ। ਮਰੇ ਹੋਏ ਜੋ ਮੁਕਤ ਦੇ ਹੋ ਗਏ ਮੁਕਤ ਨਾ ਜਾਣੇ। ਮੈਂ ਤੇ ਜਿਉਂਦਿਆਂ ਜੀ ਮਾਇਆ ਦੇ ਮੋਹ ਤੋਂ, ਵਿਕਾਰਾਂ ਤੋਂ, ਪਰਿਵਾਰ ਦੇ ਮੋਹ ਤੋਂ, ਇਹਨਾਂ ਚੀਜ਼ਾਂ ਤੋਂ ਮੁਕਤ ਹੋਣਾ ਚਾਹੁੰਦਾ। ਮੇਰੇ ਮਾਲਕਾ ਮੈਨੂੰ ਮੁਕਤੀ ਦੇ, ਮੈਂ ਇਹ ਮੁਕਤੀ ਦੀ ਦਾਤ ਤੇਰੇ ਦਰ ਤੋਂ ਮੰਗਦਾ ਹਾਂ। ਖਲਾਸ ਦਾ ਅਰਥ ਹੀ ਮੁਕਤ ਹੋਣਾ ਹੈ। ਜਪਜੀ ਪੜ੍ਹਦੇ ਹੋ, ਬੰਦ ਖਲਾਸੀ ਭਾਣੇ ਹੋਏ। ਬੰਦੀ ਵਿੱਚੋਂ ਜੇ ਮੁਕਤੀ ਮਿਲਣੀ ਹੈ, ਉਹਦੇ ਭਾਣੇ ਵਿੱਚ ਮਿਲਣੀ, ਉਹਦੀ ਰਜ਼ਾ ਵਿੱਚ ਤੁਰ ਕੇ ਮਿਲਣੀ ਹੈ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। हे प्रभु, जे तू तुठा कृपा निधान ना दूजा वेखाल, एहा पाई मुंदा तड़ी नित हिरदे रखां संभाल। अपनी कृपा कर, तेरे दर्शन होए प्यास। वेखो ये नहीं किया सीधे दर्शन मैनू दे दे, तेरे दर्शनां दी प्यास लग जाए मेरे अंदर। पहला प्यास लगेगी ना, जिन्नू पानी दी प्यास ना लगी होवे ओदे अगे भावें तुसी कोक, भावें जेड़ा मर्जी शरबत दा गिलास, नहीं भाई साहब जी नहीं चाहिए, प्यास ही कोई नहीं ना, प्यास ही कोई नहीं लगी, ਭੁੱਖ ਕੋਈ ਨਹੀਂ ਲੱਗੀ। ਤੁਸੀਂ ਭਾਵੇਂ ਕਿਹੋ ਜਿਹਾ ਵਧੀਆ ਭੋਜਨ ਥਾਲ ਵਿੱਚ ਪਰੋਸ ਕੇ ਅੱਗੇ ਰੱਖ ਦਿਓ, ਨਹੀਂ ਭਾਈ ਸਾਹਿਬ ਜੀ ਨਹੀਂ ਚਾਹੀਦਾ, ਭੁੱਖ ਕੋਈ ਨਹੀਂ ਲੱਗੀ ਨਾ। ਗੱਲ ਤੇ ਭੁੱਖ ਦੀ ਹੈ। ਜਦੋਂ ਭੁੱਖ ਲੱਗ ਗਈ, ਜੈਸੀ ਭੂਖੇ ਪ੍ਰੀਤ ਅਨਾਜ, ਤ੍ਰਿਖਾਵੰਤ ਜਲ ਸੇਤੀ ਕਾਜ, ਜੈਸੀ ਮੂੜ ਕੁਟੰਬ ਪਰਾਇਣ, ਐਸੀ ਨਾਮੇ ਪ੍ਰੀਤ ਨਾਰਾਇਣ। ਉਹ ਨਾਮੇ ਪ੍ਰੀਤ ਨਾਰਾਇਣ ਲਾਗੀ, ਸਹਿਜ ਸੁਭਾਏ ਭਇਓ ਬੈਰਾਗੀ। ਗੱਲ ਤੇ ਪ੍ਰੀਤ ਦੀ ਹੈ। ਭੁੱਖ, ਜਿਹੜਾ ਭੁੱਖਾ ਬੰਦਾ ਹੈ ਉਹਨੂੰ ਕੇਵਲ ਭੋਜਨ ਦਿਸੇਗਾ, ਪਿਆਸੇ ਨੂੰ ਕੇਵਲ ਪਾਣੀ ਦਿਸੇਗਾ। ਤੇ ਇੱਥੇ ਵੀ ਸਤਿਗੁਰੂ ਇਹੀ ਤੇ ਮੈਨੂੰ ਪਿਆਸ ਲੱਗ ਜਾਏ, ਤੇਰੇ ਦਰਸ਼ਨਾਂ ਦੀ ਮੇਰੇ ਅੰਦਰ ਤਾਂਘ ਪੈਦਾ ਹੋ ਜਾਵੇ। ਜਿਹੜਾ ਸਤਿਗੁਰਾਂ ਦਾ ਪਾਵਨ ਬਚਨ, ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ, ਧੰਨ ਸੁ ਤੇਰਾ ਥਾਨ। ਉਹ ਤੇਰਾ ਸਰੀਰ ਰੂਪੀ ਸਥਾਨ ਧਨਤਾ ਦੇ ਯੋਗ ਹੈ, ਜਿਹਦੇ ਮਨ ਵਿੱਚ ਤੇਰੇ ਦਰਸ਼ਨਾਂ ਪ੍ਰਤੀ ਚਾਹਤ ਪੈਦਾ ਹੋ ਗਈ ਹੈ, ਮਨ ਵਿੱਚ ਬੈਰਾਗ ਪੈਦਾ ਹੋ ਗਿਆ ਹੈ। ਪ੍ਰਭ, ਹੇ ਪ੍ਰਭੂ, ਪ੍ਰਭ ਦਾ ਭੱਬਾ ਇੱਥੇ ਮੁਕਤ ਹੈ ਸੰਬੋਧਨ ਰੂਪ ਵਿੱਚ। ਹੇ ਪ੍ਰਭੂ, ਤੁਧ ਬਿਨ ਦੂਜਾ ਕੋ ਨਹੀਂ, ਤੇਰੇ ਬਗੈਰ ਦੂਜਾ ਕੋਈ ਨਹੀਂ। ਨਾਨਕ ਕੀ ਅਰਦਾਸ, ਮੈਂ ਹੋਰ ਕਿੱਥੇ ਅਰਦਾਸ ਕਰਾਂ ਤੈਨੂੰ ਛੱਡ ਕੇ? ਤੇਰੇ ਦਰ ਤੇ ਹੀ ਅਰਦਾਸ ਕਰਨੀ ਹੈ ਨਾ। ਬਸ ਦੋ ਕਰ ਜੋਰ ਕਰੋ ਅਰਦਾਸ, ਹਾਂ ਤੁਧ ਭਾਵੈ ਤਾਂ ਆਣੇ ਰਾਸ, ਤੈਨੂੰ ਚੰਗਾ ਲੱਗੇ ਤੇ ਪ੍ਰਵਾਨ ਕਰ ਲਈ, ਨਹੀਂ ਲੱਗਾ ਤੇ ਫਿਰ ਤੇਰੀ ਰਜ਼ਾ, ਤੇਰਾ ਹੁਕਮ। ਅਖੀਰਲੀਆਂ ਪੰਕਤੀਆਂ,
ਆਸਾੜ ਸੁਹੰਦਾ, ਪਹਿਲਾਂ ਤਪੰਦਾ ਸੀ, ਹੁਣ ਸੁਹੰਦਾ ਆ ਗਿਆ। ਹਰ ਨਾਂ ਜਿਨ੍ਹਾਂ ਪਾਸ ਉਹਨਾਂ ਵਾਸਤੇ ਤਪੰਦਾ ਏ, ਸੁਹੰਦਾ ਉਹਨਾਂ ਵਾਸਤੇ ਜਿਸ ਮਨ, ਉਹ ਜਿਸ ਦੇ ਮਨ ਵਿੱਚ ਹਰ ਚਰਨ ਨਿਵਾਸ। ਹਰੀ ਦੇ ਚਰਨ ਕੀ ਨੇ? ਯਾਦ ਰੱਖਣਾ, ਪਰਮਾਤਮਾ ਦਾ ਤੇ ਆਕਾਰ ਹੀ ਕੋਈ ਨਹੀਂ, ਉਹ ਤੇ ਨਿਰੰਕਾਰਕ ਹੈ, ਨਿਰਾ ਆਕਾਰਕ ਹੈ, ਉਹ ਤੇ ਦੇਹਬਹੀਨ ਹੈ, ਉਹਦੀ ਕਾਇਆ ਹੀ ਕੋਈ ਨਹੀਂ। ਫਿਰ ਪੈਰ ਉਹਦੇ ਕਿੱਥੋਂ ਲੱਭੋਗੇ ਗੁਰੂ ਕੇ ਪਿਆਰ ਵਾਲਿਓ? ਚਰਨ ਜੇ ਸਾਕਾਰ ਰੂਪ ਦੇ ਵੇਖਣਾ ਹੈ ਤੇ ਸੈਸ ਤਵ ਨੈਣ ਨਨ ਨੈਣ ਹੈ ਤੋਹਿ ਕਉ, ਉਹ ਸਾਰੇ ਫਿਰ ਤੁਹਾਡੇ ਪੈਰ ਵੀ ਉਹਦੇ ਪੈਰ ਨੇ। ਹਰ ਇੱਥੇ ਚਰਨ, ਹਰ ਚਰਨ ਦਾ ਮਤਲਬ ਹੈ ਤੇਰੇ ਅੰਦਰ ਨਿਮਰਤਾ ਆ ਜਾਏ, ਤੇਰੇ ਅੰਦਰ ਪ੍ਰਭੂ ਦੇ ਗੁਣ ਸਾਰੇ ਸਮਾ ਜਾਣ। ਤੇ ਫਿਰ ਵੇਖੀ ਬਾਹਰੋਂ ਤਪਦਾ ਹੋਏਗਾ ਹਾੜ ਦਾ ਮਹੀਨਾ, ਅੰਦਰੋਂ ਤੂੰ ਠੰਡਾ ਠਾਰ ਹੋਵੇਂਗਾ। ਸਤਿਗੁਰਾਂ ਨੇ ਆ ਜਿਹੜਾ ਸ਼ਬਦ ਤੁਖਾਰੀ ਰਾਗ ਦਾ ਨਾ, ਉੱਥੇ ਵੇਖੋ ਮੇਰੇ ਗੁਰੂ ਨਾਨਕ ਨੂੰ ਭਲਾ ਸ਼ਬਦ ਕਿੰਨਾ ਚੰਗਾ ਲੱਗਾ। ਚੇਤ ਬਸੰਤ ਭਲਾ, ਮਹਾ ਜੇਠ ਭਲਾ, ਆਸਾੜ ਭਲਾ, ਸੂਰਜ ਗਗਨ ਤਪੈ, ਧਰਤੀ ਦੁਖ ਸਹੈ। ਧਰਤੀ ਦੁੱਖ ਸਹਿੰਦੀ ਹੈ, ਸੁੱਖ ਹੈ ਅਗਨ ਪਗੈ, ਅਗਨ ਰਸ ਸੁੱਖ ਹੈ, ਮਰੀਏ ਧੋਖ ਹੈ, ਭੀਸੋ ਕਿਰਤ ਨਹਾਰੈ, ਉਹ ਰੱਥ ਫਿਰੈ ਛਾਇਆ ਧਨ ਤਾਕੈ, ਟੀਂਡ ਲਵੈ ਮੰਝ ਬਾਰੈ, ਅਵਗੁਣ ਬਾਂਧ ਚਲੀ ਦੁੱਖ ਆਗੈ, ਉਹ ਸੁਖ ਤਿਸ ਸਾਚ ਸੰਭਾਲੇ, ਨਾਨਕ ਜਿਸ ਨੂੰ ਇਹ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ। ਜਿਹੜੀ ਅਵਗੁਣ ਬਣ ਕੇ ਜਾਂਦੀ ਹੈ ਉਹ ਦੁਖੀ ਹੁੰਦੀ ਹੈ। ਲੋਗ ਅਵਗੁਣਾ ਕੀ ਬੰਨੇ ਗੰਠੜੀ, ਗੁਣ ਨਾ ਵਿਹਾਜੈ ਕੋਏ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਗੁਰੂ ਕਿਰਪਾ ਕਰੇ, ਗੁਰੂ ਦੇ ਦਰ 'ਤੇ ਆ ਕੇ ਅਸੀਂ ਵਣਜਾਰੇ ਹਾਂ ਨਾ, ਗੁਰੂ ਕੋਲੋਂ ਵਣਜ ਕਰਨ ਦਾ ਢੰਗ ਸਿੱਖਣਾ ਹੈ। ਜਿਵੇਂ ਕੋਈ ਪੁੱਤਰ ਆਪਣੇ ਪਿਤਾ ਕੋਲ ਬਹਿ ਕੇ ਇਹ ਢੰਗ ਤਰੀਕਾ ਸਿੱਖਦਾ ਹੈ। ਗੁਰੂ ਰਹਿਮਤ ਕਰੇ, ਗੁਰੂ ਬਖਸ਼ਿਸ਼ ਕਰੇ। ਮਹੀਨਾ ਆਰੰਭ ਹੋਇਆ, ਇੱਕ ਇੱਕ ਘੜੀ ਆਉਣ ਵਾਲਾ, ਇੱਕ ਇੱਕ ਪਲ, ਇੱਕ ਇੱਕ ਦਿਨ ਉਹਦੀ ਯਾਦ ਵਿੱਚ ਬਤੀਤ ਹੋ ਜਾਵੇ, ਤਾਂ ਕਿ ਇਹ ਸਾਡੇ ਵਾਸਤੇ ਅਸਾੜ ਦਾ ਮਹੀਨਾ ਵੀ ਖੂਬਸੂਰਤ ਸੁਹਾਵਣਾ ਹੋਵੇ। ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਰਹਿਮਤ ਕਰਕੇ ਆਪ ਵਿਚਾਰਾਂ ਦੀ ਸੇਵਾ ਲਈ ਹੈ ਜੀ। ਭੁੱਲਾਂ ਮੇਰੀਆਂ ਜਾਣ ਕੇ ਖਿਮਾ ਕਰ ਦੇਣੀਆਂ। ਗੁਰਮਤਿ ਅਨੁਸਾਰ ਕੇ ਬਚਨ ਗੁਰੂ ਕਿਰਪਾ ਕਰੇ ਸਾਡੇ ਹਿਰਦੇ 'ਚ ਵਸ ਜਾਣ। ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।